जो तो प्रेम खिलन का चाओ, सिर धारू तली गली मेरी आओ। इत मार्ग पैर तरीजै, सिर दीजै कान ना कीजै। शहीद कौम का सरमाया होया करते हैं। एक मकसद लैके शहीद अपनी मंजिल नूं तय करते हैं। बेहद खुशी उन्हां दी जिंदगी विच हुंदी है जदों अपने मकसद विच पूरे हो जाते हैं। मैं जगजीत सिंह अहमदपुर अजिहा एक विशा लैके आप जी के सामने पेश होया हाँ। ये विशा है उस शहीद उधम सिंह के जीवन के बाबत जिन्हें सुनाम तो यतीम खाने तक अते यतीम खाने तो जलियांवाले बाग दे विच आके एक प्रण किया कि जिन्हां लोकां ने निहत्थे लोकां दे उत्ते इन्ना तशद्दद किया है, मैं उन्हां लोकां नूं उन्हां दे कीते दी सज़ा दे के रहांगा। किवें शहीद उधम सिंह अपने मकसद विच कामयाब होया, किन्ने साल वो अपने मन के अंदर एक चंगियारी लैके तुरिया फिरदा रहा कि मैं उस हत्यारे नूं सज़ा देनी है जिन्हें निहत्थे लोकां दे उत्ते इन्ना तशद्दद किया। इन्हां तमाम सवालों के जवाब देने वास्ते साडे कोल पंथक विद्वान लेखक भाई निर्मल सिंह जी सुर सिंह पहुँचे हैं। विचारां दी शुरू करन तो पहलां इस प्रोग्राम विच मैं उन्हां नूं जीवां आखदा होया फतेह दी सांझ करदा हाँ। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। शहीद उधम सिंह जिन्हां दी बड़ी वड्डी कुर्बानी है, जिन्हां ने जो अपनी जिंदगी का मकसद उलीकिया सी, उस मकसद नूं उन्हां ने बड़े कष्टां तो बाद पूरा किया। ते जिस दिन पूरा किया उस दिन बोले सो निहाल सत श्री अकाल किया। एक वक्री किस्म की खुशी उन्हां दे जीवन दे विचों दिखाई दिंदी सी। उस उधम सिंह दा बचपन ते परिवार ਉਹਦੇ बारे तुसी दर्शकों नूं जानकारी दिओ। सरदार उधम सिंह जी का जन्म संगरूर जिला सुनाम पिंड ਦੇ ਵਿੱਚ 26 ਦਸੰਬਰ 1899 ਈਸਵੀ ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ, ਮਾਤਾ ਦਾ ਨਾਮ ਮਾਤਾ ਹਰਨਾਮ ਕੌਰ ਜੀ। ਕਿਹਾ ਜਾਂਦਾ ਹੈ ਕਿ ਜਿਸ ਵਕਤ ਸਰਦਾਰ ਉਧਮ ਸਿੰਘ ਦੀ ਉਮਰ ਅਜੇ 2 ਸਾਲ ਸੀ, ਉਸ ਵਕਤ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ 1907 ਈਸਵੀ ਨੂੰ ਹੁੰਦਾ ਹੈ। ਆਪਣੇ ਪਰਿਵਾਰ ਦੇ ਵਿੱਚੋਂ ਆਪਣੇ ਵੱਡੇ ਭਰਾ ਦੇ ਨਾਲ ਰਿਸ਼ਤੇਦਾਰਾਂ ਦੀ ਮਦਦ ਦੇ ਨਾਲ ਇਸ ਪਿੰਡ ਦੇ ਵਿੱਚੋਂ ਇਹ ਯਤੀਮਖਾਨਾ ਸ੍ਰੀ ਅੰਮ੍ਰਿਤਸਰ ਪਹੁੰਚਦੇ ਨੇ। ਇਹ ਵੀ ਆਪਾਂ ਨੂੰ ਮਿਲਦਾ ਹੈ ਕਿ ਇਹਨਾਂ ਦੀ ਦੂਰ ਦੀ ਰਿਸ਼ਤੇਦਾਰੀ ਦੇ ਵਿੱਚੋਂ ਸਰਦਾਰ ਚੈਂਚਲ ਸਿੰਘ ਜੀ, ਜਿਹੜੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿੱਚ ਹਜ਼ੂਰੀ ਰਾਗੀ ਸਨ, ਉਹ ਇਹਨਾਂ ਨੂੰ ਇਹਨਾਂ ਦੇ ਮਾਤਾ ਪਿਤਾ ਦੇ ਦੇਹਾਂਤ ਹੋਣ ਤੋਂ ਬਾਅਦ ਇੱਥੇ ਅੰਮ੍ਰਿਤਸਰ ਯਤੀਮਖਾਨੇ ਪਹੁੰਚਾਉਂਦੇ ਹਨ। ਜਿਸ ਵਕਤ 1907 ਈਸਵੀ ਨੂੰ ਇਹਨਾਂ ਦੇ ਪਿਤਾ ਦੀ ਮੌਤ ਹੁੰਦੀ ਹੈ ਤੇ ਇਹਨਾਂ ਦੇ ਜਿਹੜੇ ਦੂਜੇ ਭਰਾ ਸਨ, ਵੱਡੇ ਭਰਾ, ਜਿਨ੍ਹਾਂ ਦਾ ਨਾਮ ਪਹਿਲਾਂ ਸਾਧੂ ਸਿੰਘ ਸੀ, ਯਤੀਮਖਾਨੇ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਦੋਵਾਂ ਭਰਾਵਾਂ ਦੇ ਨਾਂ ਜਿਹੜੇ ਬਦਲ ਦਿੱਤੇ ਗਏ। ਸਰਦਾਰ ਉਧਮ ਸਿੰਘ ਦਾ ਨਾਮ ਮਾਤਾ ਪਿਤਾ ਦੇ ਵੱਲੋਂ ਜਿਹੜਾ ਰੱਖਿਆ ਸੀ ਉਹ ਸ਼ੇਰ ਸਿੰਘ ਸੀ, ਇਹਨਾਂ ਦੇ ਭਰਾ ਦਾ ਨਾਂ ਸਾਧੂ ਸਿੰਘ ਸੀ। ਯਤੀਮਖਾਨੇ ਦੇ ਵਿੱਚ ਆ ਕੇ ਜਦੋਂ ਇਹਨਾਂ ਦੋਵਾਂ ਭਰਾਵਾਂ ਦੇ ਨਾਮ ਬਦਲੇ ਤੇ ਸਰਦਾਰ ਉਧਮ ਸਿੰਘ ਦਾ ਨਾਮ ਜਿਹੜਾ ਹੈ ਉੱਥੇ ਹੀ ਇਹਨਾਂ ਨੂੰ ਜਿਹੜਾ ਵਾ ਮਿਲਿਆ ਵਾ। ਇਹ ਉਧਮ ਸਿੰਘ ਨਾਮ ਖੰਡੇ ਬਾਟੇ ਦੀ ਪੌਲ ਲੈਣ ਤੋਂ ਬਾਅਦ ਪ੍ਰਾਪਤ ਹੋਇਆ ਜਾਂ ਵੈਸੇ ਹੀ ਨਾਮ ਉਹਨਾਂ ਦੇ ਬਦਲ ਦਿੱਤੇ ਗਏ? ਹਾਂਜੀ, ਜਿਸ ਵਕਤ ਆਪਾਂ ਇਹਨਾਂ ਦਾ ਪਰਿਵਾਰਕ ਪਿਛੋਕੜ ਦੇਖਦੇ ਹਾਂ ਤੇ ਉੱਥੋਂ ਸਾਨੂੰ ਸਮਝ ਲੱਗਦੀ ਹੈ ਕਿ ਇਹਨਾਂ ਦੇ ਪਰਿਵਾਰ ਦਾ ਮਾਹੌਲ ਕਿਤੇ ਨਾ ਕਿਤੇ ਗੁਰੂ ਘਰ ਦੇ ਨਾਲ, ਗੁਰਬਾਣੀ ਸਿਧਾਂਤਾਂ ਦੇ ਨਾਲ ਜਿਹੜਾ ਉਹ ਪਹਿਲਾਂ ਵੀ ਰਿਹਾ। ਫਿਰ ਜਿਸ ਵਕਤ ਉਹ ਅੰਮ੍ਰਿਤਸਰ ਯਤੀਮਖਾਨੇ ਦੇ ਵਿੱਚ ਆਉਂਦੇ ਨੇ, ਉਦੋਂ ਖੰਡੇ ਬਾਟੇ ਦੀ ਪੌਲ ਛਕਣ ਤੋਂ ਬਾਅਦ ਇਹਨਾਂ ਦਾ ਨਾਮ ਸ਼ੇਰ ਸਿੰਘ ਤੋਂ ਉਧਮ ਸਿੰਘ ਰੱਖਿਆ ਜਾਂਦਾ ਹੈ ਤੇ ਇਹਨਾਂ ਦਾ ਭਰਾ, ਜਿਨ੍ਹਾਂ ਦਾ ਨਾਮ ਪਹਿਲਾਂ ਸਾਧੂ ਸਿੰਘ ਸੀ, ਉਹਨਾਂ ਦਾ ਨਾਮ ਬਦਲ ਕੇ ਮੁਕਤਾ ਸਿੰਘ ਰੱਖਿਆ ਗਿਆ ਹੈ। ਮਾਤਾ ਪਿਤਾ ਦੇ ਨਾਮਾਂ ਸੰਬੰਧੀ ਵੀ ਲਿਖਿਆ ਮਿਲਦਾ ਹੈ ਕਿ ਉਹਨਾਂ ਦੇ ਨਾਮ ਪਹਿਲਾਂ ਹੋਰ ਸਨ ਤੇ ਖੰਡੇ ਬਾਟੇ ਦੀ ਪੌਲ ਛਕਣ ਤੋਂ ਬਾਅਦ ਹੀ ਉਹਨਾਂ ਦੇ ਨਾਮ ਜਿਹੜੇ ਆ ਉਹ ਇਸ ਤਰ੍ਹਾਂ ਬਦਲੇ ਗਏ। ਜਿਸ ਵਕਤ ਇਹਨਾਂ ਦੇ ਪਿਤਾ ਦੀ ਮੌਤ ਹੁੰਦੀ ਹੈ 1907 ਈਸਵੀ ਦੇ ਵਿੱਚ, ਦੂਜੇ ਭਰਾ ਜਿਹੜੇ ਵੱਡੇ ਸਨ ਇਹਨਾਂ ਤੋਂ ਉਮਰ ਦੇ ਵਿੱਚ, 1913 ਈਸਵੀ ਦੇ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ। ਇਸ ਪ੍ਰਕਾਰ ਯਤੀਮਖਾਨੇ ਦੇ ਵਿੱਚ ਆਪਣੇ ਪਰਿਵਾਰ ਦੇ ਇਕਲੌਤੇ ਵਾਰਸ ਸਰਦਾਰ ਉਧਮ ਸਿੰਘ ਉਸ ਵਕਤ ਤੱਕ ਜਿਹੜੇ ਸਨ ਉਹ ਰਹਿ ਗਏ ਸਨ। ਇੱਥੋਂ ਇਹੀ ਸਿੱਧ ਹੁੰਦਾ ਵੀ ਉਹਨਾਂ ਦਾ ਜਿਹੜਾ ਪਰਿਵਾਰ ਆ
ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਬਿਲਕੁਲ। ਉਹਨਾਂ ਦੇ ਮਾਤਾ ਪਿਤਾ ਨੇ ਵੀ ਖੰਡੇ ਬਾਟੇ ਦੀ ਪਹੁ ਲਈ ਸੀ। ਉਹੀ ਲੜੀ ਤਹਿਤ ਊਧਮ ਸਿੰਘ ਤੇ ਉਹਨਾਂ ਦੇ ਭਰਾ ਨੇ ਵੀ ਖੰਡੇ ਬਾਟੇ ਦੀ ਪਹੁ ਲੈ ਕੇ ਜਦੋਂ ਯਤੀਮਖਾਨੇ ਵਿੱਚ ਉਹ ਰਹਿੰਦੇ ਨੇ, ਉੱਥੇ ਰਹਿ ਕੇ ਉਹਨਾਂ ਦਾ ਨਿੱਤ ਦਾ ਕਰਮ ਕੀ ਆ। ਜਦੋਂ ਭਰਾ ਦੀ ਵੀ ਡੈਥ ਹੋ ਗਈ, ਇਸ ਸਮੇਂ ਇਕੱਲੇ ਨੇ ਊਧਮ ਸਿੰਘ ਜੀ, ਤੇ ਉਹਨਾਂ ਦਾ ਨਿੱਤ ਦਾ ਕਰਮ ਕੀ ਆ ਯਤੀਮਖਾਨੇ ਦੇ ਵਿੱਚ। ਹਾਂਜੀ, ਉਸ ਵਕਤ ਬਾਕੀ ਬੱਚਿਆਂ ਦੇ ਵਾਂਗ ਜਦੋਂ ਸਰਦਾਰ ਊਧਮ ਸਿੰਘ ਯਤੀਮਖਾਨੇ ਦੇ ਵਿੱਚ ਰਹਿ ਰਹੇ ਸਨ, ਕਿਹਾ ਜਾਂਦਾ ਹੈ ਕਿ ਗੁਰਬਾਣੀ ਸਿਧਾਂਤਾਂ ਦੀ ਜਿਹੜੀ ਇਹਨਾਂ ਨੂੰ ਇੱਥੋਂ ਹੀ ਲਾਗ ਲੱਗੀ ਹੈ ਤੇ ਇਨਕਲਾਬੀ ਵਿਚਾਰਧਾਰਾ, ਕ੍ਰਾਂਤੀਕਾਰੀ ਵਿਚਾਰਧਾਰਾ ਦਾ ਮੁੱਢ ਜਿਹੜਾ ਹੈ ਉਹ ਇਸੇ ਯਤੀਮਖਾਨੇ ਦੇ ਵਿੱਚੋਂ ਵੱਜਾ ਵਾ। ਬਾਕੀ ਉਹ ਰੂਟੀਨ ਜਿਹੜੀ ਸੀ, ਜਿਸ ਪ੍ਰਕਾਰ ਯਤੀਮਖਾਨੇ ਦੇ ਬਾਕੀ ਬੱਚੇ ਉਸ ਯਤੀਮਖਾਨੇ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਉਹ ਕੰਮਕਾਰ ਕਰਦੇ ਸਨ, ਜਾਂ ਜਿਵੇਂ ਉੱਥੋਂ ਦਾ ਜਿਹੜਾ ਮਾਹੌਲ ਸੀ, ਉਸੇ ਮੁਤਾਬਿਕ ਹੀ ਸਰਦਾਰ ਊਧਮ ਸਿੰਘ ਦਾ ਜੀਵਨ ਜਿਹੜਾ ਸਾਨੂੰ ਯਤੀਮਖਾਨੇ ਦੇ ਵਿੱਚ ਮਿਲਦਾ ਹੈ। ਇਹ ਵੀ ਕਿਹਾ ਜਾਂਦਾ ਵੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਕਿੱਤਿਆਂ ਦੇ ਵਿੱਚ ਮੁਹਾਰਤ ਹਾਸਲ ਕੀਤੀ। ਇਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਵਾਪਰੀ, ਜਿਹੜੀ ਘਟਨਾ ਨੇ ਮੰਨ ਲਓ ਕਿ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਲੈ ਆਂਦੀ। ਉਹ ਘਟਨਾ ਕਿਹੜੀ ਸੀ? ਜਿਸ ਘਟਨਾ ਨੇ ਇਹਨਾਂ ਨੂੰ ਧੁਰੋਂ ਅੰਦਰੋਂ ਹਿਲਾ ਕੇ ਰੱਖ ਦਿੱਤਾ। ਸ਼ਾਇਦ ਅੱਖਾਂ ਦੇ ਵਿੱਚ ਹੰਝੂ ਵੀ ਸਨ। ਉਸ ਚੀਜ਼ ਨੂੰ ਜਿਸਮ ਦੇ ਉੱਤੇ ਇਹਨਾਂ ਨੇ ਮਹਿਸੂਸ ਕਰਕੇ ਦੇਖਿਆ। ਹਾਂਜੀ, 13 ਅਪ੍ਰੈਲ 1919 ਈਸਵੀ ਨੂੰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਲਿਆਂਵਾਲਾ ਕਾਂਡ ਜਿਹੜਾ ਖੂਨੀ ਦੁਖਾਂਤ ਵਾਪਰਿਆ। ਇਹਦੇ ਪਰਥਾਏ ਦੋ ਪ੍ਰਕਾਰ ਦੇ ਵਿਚਾਰ ਮਿਲਦੇ ਹਨ। ਇੱਕ ਪਹਿਲੀ ਵਿਚਾਰ ਇਹ ਮਿਲਦੀ ਹੈ ਕਿ ਜਿਸ ਵਕਤ ਸਰ ਮਾਈਕਲ ਅਡਵਾਇਰ ਦੇ ਕਹਿਣ ਦੇ ਉੱਤੇ, ਜਿਹੜਾ ਉਸ ਵਕਤ ਪੰਜਾਬ ਦਾ ਗਵਰਨਰ ਸੀ, ਜਲਿਆਂਵਾਲੇ ਬਾਗ ਦੇ ਵਿੱਚ ਲੋਕਾਂ ਦੇ ਉੱਤੇ ਅੰਨਾ ਤਸ਼ੱਦਦ ਹੋਇਆ। ਕਿਹਾ ਜਾਂਦਾ ਹੈ ਕਿ ਉਸ ਵਕਤ ਸਰਦਾਰ ਊਧਮ ਸਿੰਘ ਉੱਥੇ ਮੌਜੂਦ ਸਨ। 20 ਸਾਲ ਦੀ ਇਹਨਾਂ ਦੀ ਉਮਰ ਸੀ ਤੇ ਆਪਣੇ ਸਾਥੀਆਂ ਦੇ ਨਾਲ ਉਹ ਜਿਹੜੀ ਸੰਗਤ, ਉਹ ਜਿਹੜਾ ਇਕੱਠ ਉੱਥੇ ਹੋਇਆ ਸੀ, ਉਹਨਾਂ ਨੂੰ ਜਲ ਪਾਣੀ ਛਕਾ ਰਹੇ ਸਨ। ਦੂਜੀ ਵਿਚਾਰੇ ਦੇ ਸੰਬੰਧੀ ਇਹ ਮਿਲਦੀ ਹੈ ਕਿ ਜਿਸ ਵਕਤ 13 ਅਪ੍ਰੈਲ 1919 ਨੂੰ ਜਲਿਆਂਵਾਲਾ ਕਾਂਡ ਜਿਹੜਾ ਇਹ ਦੁਖਾਂਤ ਵਾਪਰਦਾ ਹੈ, ਅਗਲੇ ਦਿਨ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਸਰਕਾਰੀ ਪਾਸ ਦਵਾ ਕੇ ਜਿਹੜੇ ਯਤੀਮਖਾਨੇ ਦੇ ਬੱਚੇ ਸਨ ਉਹਨਾਂ ਨੂੰ ਇੱਥੇ ਜਲਿਆਂਵਾਲੇ ਬਾਗ ਦੇ ਵਿੱਚ ਲਿਆਂਦਾ ਤੇ ਉਸ ਯਤੀਮਖਾਨਿਆਂ ਦੇ ਵਿੱਚ ਯਤੀਮਖਾਨੇ ਦੇ ਜਿਹੜੇ ਬੱਚੇ ਸਨ ਉਹਨਾਂ ਦੇ ਵਿੱਚ ਸਰਦਾਰ ਊਧਮ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਆਣ ਕੇ ਇਹ ਜਿਹੜਾ ਆਪਣੀਆਂ ਅੱਖਾਂ ਦੇ ਨਾਲ ਸਾਰਾ ਦਰਦਨਾਕ ਦ੍ਰਿਸ਼ ਸੀ ਦੇਖਿਆ ਤੇ ਉੱਥੇ ਹੀ ਇਹਨਾਂ ਨੇ ਤਹਈਆ ਕੀਤਾ, ਪ੍ਰਣ ਕੀਤਾ। ਜਿਸ ਵਕਤ ਇਹਨਾਂ ਆਪਣੀਆਂ ਅੱਖਾਂ ਦੇ ਨਾਲ ਉੱਥੋਂ ਦੇ ਉਸ ਸਮੇਂ ਦਾ ਜਿਹੜਾ ਇਕੱਠ ਸੀ, ਜਿਹੜੀ ਸੰਗਤ ਸੀ, ਉਹਨਾਂ ਦੇ ਉੱਤੇ ਜ਼ੁਲਮ ਹੋਇਆ ਦੇਖਿਆ, ਸ਼ਹੀਦ ਹੋਏ ਉਹ ਲੋਕ ਵੇਖੇ, ਉੱਥੇ ਪ੍ਰਣ ਕੀਤਾ ਕਿ ਇਸ ਘਟਨਾ ਦਾ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਇੱਕ ਦਿਨ ਸਜ਼ਾ ਮੈਂ ਜ਼ਰੂਰ ਦੇਵਾਂਗਾ। ਇੱਥੇ ਇੱਕ ਗੱਲ ਦਰਸ਼ਕਾਂ ਨੂੰ ਕਲੀਅਰ ਕਰ ਦਿਓ ਵੀ ਸਰ ਮਾਈਕਲ ਅਡਵਾਇਰ ਤੇ ਜਨਰਲ ਡਾਇਰ ਇਹ ਇੱਕੋ ਹੀ ਨਾਮ ਨੇ ਜਾਂ ਅਲੱਗ-ਅਲੱਗ ਨੇ? ਇਹ ਦੋ ਨਾਮ ਹਨ ਜੀ। ਸਰ ਮਾਈਕਲ ਅਡਵਾਇਰ ਜਿਹੜੇ ਉਸ ਵਕਤ ਪੰਜਾਬ ਦੇ ਗਵਰਨਰ ਸਨ ਤੇ ਜਿਹੜਾ ਜਨਰਲ ਡਾਇਰ ਸੀ, ਉਸ ਵਕਤ ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਇਹ ਖੂਨੀ ਦੁਖਾਂਤ ਵਾਪਰਿਆ ਹੈ, ਉਸ ਵਕਤ ਮੌਜੂਦਾ ਉਸ ਵਕਤ ਤੇ ਉਹ ਮੌਜੂਦ ਸੀ। ਉਸ ਵਕਤ ਉਹ ਸਰਕਾਰ ਦਾ ਇੱਕ ਕਰਿੰਦਾ, ਇੱਕ ਸਿਪਾਹੀ ਸੀ, ਜਿਹਦੇ ਕਹਿਣ ਤੇ, ਜਿਹਦੀ ਅਗਵਾਈ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਲੋਕਾਂ ਨੂੰ ਜਿਹੜਾ ਵਾ ਉਹ ਕਤਲ ਕੀਤਾ ਗਿਆ। ਸ਼ਹੀਦ ਊਧਮ ਸਿੰਘ ਦਾ ਉਸ ਜਲਿਆਂਵਾਲੇ ਬਾਗ ਦੇ ਵਿੱਚ ਕੀ ਰੋਲ ਆ? ਉੱਥੇ ਉਹ ਘਟਨਾ ਵੇਖਣ ਗਏ ਸੀ ਜਾਂ ਵੈਸੇ ਕੋਈ ਡਿਊਟੀ ਦੇ ਤੌਰ ਦੇ ਉੱਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਉਹਨਾਂ ਨੂੰ ਲੈ ਕੇ ਗਏ ਸੀ? ਹਾਂਜੀ, ਆਪਾਂ ਪਿੱਛੇ ਵੀ ਇਹਦਾ ਜ਼ਿਕਰ ਕੀਤਾ ਹੈ ਕਿ ਸਰਦਾਰ ਸੁੰਦਰ ਸਿੰਘ ਮਜੀਠੀਆ ਉਸ ਵਕਤ ਉੱਥੋਂ ਦੇ ਬੱਚਿਆਂ ਨੂੰ ਲੈ ਕੇ ਇੱਥੇ ਗਏ ਸੀ ਕਿ ਇਹ ਬੱਚੇ ਵੀ ਇਸ ਦਰਦਨਾਕ, ਖੌਫਨਾਕ ਮੰਜ਼ਰ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕ ਸਕਣ। ਤੇ ਇਹਦੇ ਪ੍ਰਥਾਏ ਇਹ ਵੀ ਮਿਲਦਾ ਹੈ ਕਿ ਉਸ ਵਕਤ ਸਰਦਾਰ ਊਧਮ ਸਿੰਘ ਉੱਥੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਸੰਗਤ ਦੇ ਪ੍ਰਤੀ ਨਿਭਾ ਰਹੇ ਸਨ, ਵੀ ਜਲ ਦੀ ਸੇਵਾ ਉਹ ਕਰ ਰਹੇ ਸਨ। ਤੇ ਅਚਾਨਕ ਇਹ ਵੀ ਇਤਿਹਾਸ ਵਿੱਚ ਸਾਨੂੰ ਮਿਲਦਾ ਵੀ ਉਹਨਾਂ ਦੇ ਬਾਂਹ ਦੇ ਵਿੱਚ ਗੋਲੀ ਵੀ ਵੱਜੀ ਹੈ। ਹਾਂਜੀ, ਇਹ ਸਗੋਂ ਉਸ ਘਟਨਾ ਨੂੰ ਊਧਮ ਸਿੰਘ ਨੇ ਆਪਣੇ ਪਿੰਡੇ ਉੱਤੇ ਹੰਢਾਇਆ, ਮਹਿਸੂਸ ਕੀਤਾ ਵੀ ਕਿੰਨੇ ਬੱਚੇ ਜਿਹੜੇ ਨੇ ਉਹ ਮੇਰੇ ਵਾਂਗ ਯਤੀਮ ਹੋ ਗਏ, ਕਿੰਨੇ ਬੱਚਿਆਂ ਦੇ ਮਾਂ-ਬਾਪ ਇਸ ਘਟਨਾ ਨੇ ਖੋਹ ਲਏ। ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਉਹਨਾਂ ਨੇ ਮਹਿਸੂਸ ਕੀਤਾ, ਉਹ ਪ੍ਰਣ ਕੀਤਾ। ਉਹਨਾਂ ਨੇ ਜਿਹੜਾ ਉਹਨਾਂ ਨੇ ਪ੍ਰਣ ਕੀਤਾ ਉਸ ਨੂੰ ਪੂਰੀਆਂ ਕਰਨ ਵਾਸਤੇ ਇਤਿਹਾਸ ਕਹਿੰਦਾ ਵੀ ਉਹਨਾਂ ਯਤੀਮਖਾਨਾ ਛੱਡ ਦਿੱਤਾ। ਉਸ ਤੋਂ ਬਾਅਦ ਉਹ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਗਏ ਤੇ ਕਿਹੜੇ-ਕਿਹੜੇ ਉਹਨਾਂ ਨੇ ਕੰਮ ਕੀਤੇ। ਯਤੀਮਖਾਨਾ ਛੱਡਣ ਵੇਲੇ ਸਰਦਾਰ ਊਧਮ ਸਿੰਘ ਜੰਮੂ ਕਸ਼ਮੀਰ ਦੇ ਵਿੱਚ ਬਾਰਾਮੂਲ ਇਲਾਕੇ ਦੇ ਵਿੱਚ ਜਾਂਦੇ ਨੇ, ਜਿੱਥੇ ਉਹਨਾਂ ਨੇ ਫਰਨੀਚਰ ਦਾ ਕੰਮ ਸਿੱਖਿਆ। ਉਸ ਤੋਂ ਬਾਅਦ ਇੱਥੇ ਭਾਰਤ ਦੇ ਵਿੱਚ, ਇੱਥੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆਉਂਦੇ ਨੇ। ਇੱਥੋਂ ਉਹਨਾਂ ਨੇ ਮਜ਼ਦੂਰਾਂ ਦੀ ਇੱਕ ਪਾਰਟੀ ਦੇ ਨਾਲ, ਮਜ਼ਦੂਰਾਂ ਦਾ ਇੱਕ ਝੁੰਡ ਜਿਨ੍ਹਾਂ ਨੇ ਅਫਰੀਕਾ ਜਾਣਾ ਸੀ,
ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਅਫਰੀਕਾ ਪਹੁੰਚੇ ਨੇ ਤੇ ਅਫਰੀਕਾ ਤੋਂ ਅਗਾਂਹ ਅੱਗੇ ਅਮਰੀਕਾ ਦੇ ਵਿੱਚ ਇਹ ਗਏ ਨੇ, ਜਿੱਥੇ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਮੁਲਾਕਾਤ ਲਾਲਾ ਹਰਦਿਆਲ ਦੇ ਨਾਲ ਹੋਈ ਹੈ। ਤੇ ਲਾਲਾ ਹਰਦਿਆਲ ਉਸ ਵਕਤ ਦੇ ਆਜ਼ਾਦੀ ਘੁਲਾਟੀਏ ਸਨ, ਕ੍ਰਾਂਤੀਕਾਰੀ ਵਿਚਾਰਾਂ ਵਾਲੇ ਸਨ। ਉਹਨਾਂ ਨੂੰ ਪਤਾ ਸੀ ਕਿ ਇਹ ਨੌਜਵਾਨ ਜਿਹੜਾ ਹੈ ਇਹਨੇ ਉਹ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਦਰਦਨਾਕ ਦ੍ਰਿਸ਼ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ, ਉਹਨੇ ਇਹਨਾਂ ਨੂੰ ਯਾਦ ਕਰਾਇਆ ਸੀ ਕਿ ਕਾਕਾ ਤੂੰ ਜਿਹੜਾ ਪ੍ਰਣ ਕੀਤਾ ਸੀ, ਜਿਹੜੀ ਕਸਮ, ਜਿਹੜੀ ਸਹੁੰ ਖਾਧੀ ਸੀ ਕਿ ਉਸ ਘਟਨਾ ਦਾ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਮੈਂ ਉਹਦੀ ਸਜ਼ਾ ਜ਼ਰੂਰ ਦੇਵਾਂਗਾ, ਤੇ ਤੂੰ ਇੱਥੇ ਹੈ, ਉਹ ਜਿਹੜਾ ਸਰ ਮਾਈਕਲ ਅਡਵਾਇਰ ਹੈ ਉਹ ਲੰਡਨ ਦੇ ਵਿੱਚ ਹੈ। ਜੇ ਤੂੰ ਆਪਣਾ ਪ੍ਰਣ ਪੂਰਾ ਕਰਨਾ ਹੈ ਤੇ ਤੈਨੂੰ ਇੱਥੋਂ ਇਸ ਦੇਸ਼ ਨੂੰ ਛੱਡ ਕੇ ਤੇ ਉੱਥੇ ਲੰਡਨ ਦੇ ਵਿੱਚ ਜਾਣਾ ਪਵੇਗਾ। ਕਿਹਾ ਜਾਂਦਾ ਹੈ ਕਿ ਸਰਦਾਰ ਊਧਮ ਸਿੰਘ ਅਮਰੀਕਾ ਤੋਂ ਵਾਪਸ ਇੱਥੇ ਭਾਰਤ ਦੇ ਵਿੱਚ ਆਉਂਦੇ ਨੇ। ਇੱਥੇ ਉਸ ਵਕਤ ਇਹਨਾਂ ਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ, ਜਿਹਦਾ ਕਰਕੇ ਇਹਨਾਂ ਨੂੰ 5 ਸਾਲ ਜੇਲ੍ਹ ਵੀ ਹੋਈ। ਇਹ ਪਹਿਲੀ ਗ੍ਰਿਫਤਾਰੀ ਸ਼ਾਇਦ ਇਹਨਾਂ ਦੀ ਪਹਿਲੀ ਗ੍ਰਿਫਤਾਰੀ ਹੈ, ਕਿਉਂਕਿ ਸਰਕਾਰ ਦੀ ਨਜ਼ਰ ਦੇ ਵਿੱਚ ਜਿਹੜੇ ਆਜ਼ਾਦੀ ਘੁਲਾਟੀਏ ਗਦਰ ਲਹਿਰ ਦੇ ਕਾਰਕੁਨ ਸਨ, ਉਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਮੇਲ ਜੋਲ ਹੋਣਾ ਸ਼ੁਰੂ ਹੋ ਗਿਆ ਸੀ। ਇਸੇ ਕਰਕੇ ਇਹ ਜਿਹੜੀ 5 ਸਾਲ ਦੀ ਪਹਿਲੀ ਜੇਲ੍ਹ ਇਹਨਾਂ ਨੂੰ ਹੋਈ ਜਦੋਂ ਇਹ ਅਮਰੀਕਾ ਤੋਂ ਭਾਰਤ ਆਉਂਦੇ ਨੇ। 5 ਸਾਲ ਇਹ ਲਗਾਤਾਰ ਜੇਲ੍ਹ ਦੇ ਵਿੱਚ ਰਹਿੰਦੇ ਨੇ। ਵੱਖ-ਵੱਖ ਦੇਸ਼ਾਂ ਦੇ ਵਿੱਚ ਹੋਣ ਤੋਂ ਬਾਅਦ ਇਹ ਇੱਕ ਮਨ ਦੇ ਅੰਦਰ ਹੋ ਗਈ, ਪਰ ਇੱਧਰੋਂ ਘਟਨਾ ਵਾਪਰੀ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਗਈ। 5 ਸਾਲ ਲੰਮਾ ਸਮਾਂ ਉਹ ਜੇਲ੍ਹ ਦੇ ਵਿੱਚ ਰਹੇ। ਉਸ ਤੋਂ ਬਾਅਦ ਆ ਕੇ ਉਹ ਅਲੱਗ-ਅਲੱਗ ਨਾਮ ਬਦਲ ਕੇ, ਇੱਥੋਂ ਤੱਕ ਵੀ 16 ਤੋਂ ਵੱਧ ਨਾਮ ਜਿਹੜੇ ਨੇ ਉਹ ਬਦਲ ਕੇ ਉਹ ਅਲੱਗ-ਅਲੱਗ ਦੇਸ਼ਾਂ ਵਿੱਚ ਜਾਂਦੇ ਨੇ। ਤੇ ਇੰਗਲੈਂਡ ਦੇ ਵਿੱਚ ਉਹ ਪਹਿਲਾਂ ਵੀ ਦੇਖੇ ਗਏ, ਜਿੱਥੇ ਇਹ ਘਟਨਾ ਵਾਪਰਦੀ ਹੈ ਵੀ ਜਿੱਥੇ ਜਾ ਕੇ ਸ਼ਹੀਦ ਊਧਮ ਸਿੰਘ ਉਸ ਘਟਨਾ ਨੂੰ ਅੰਜਾਮ ਦਿੰਦੇ ਨੇ, ਉੱਥੇ ਪਹਿਲਾਂ ਵੀ ਵੇਖੇ ਗਏ। ਉੱਥੇ ਪਹਿਲਾਂ ਕੀ ਲੈਣ ਵਾਸਤੇ ਗਏ ਸਨ ਸਰਦਾਰ ਊਧਮ ਸਿੰਘ ਜੀ? ਹਾਂਜੀ, ਜਿਸ ਵਕਤ ਇੱਥੇ 5 ਸਾਲ ਦੀ ਜੇਲ੍ਹ ਕੱਟ ਕੇ ਇਹ ਬਾਹਰ ਆਉਂਦੇ ਨੇ, ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਹ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਨਾਵਾਂ ਦੇ ਨਾਮ ਨਾਲ ਜਿਹੜਾ ਵਾ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਨੇ। ਉਹਨਾਂ ਦਾ ਨਾਮ ਊਧਮ ਸਿੰਘ, ਉਦੈ ਸਿੰਘ, ਊਧਮ ਸਿੰਘ, ਸ਼ੇਰ ਸਿੰਘ, ਇੱਥੋਂ ਤੱਕ ਉਹਨਾਂ ਨੇ 1933 ਤੱਕ ਜਿਹੜਾ ਨਾਮ ਆਪਣਾ ਊਧਮ ਸਿੰਘ ਦੇ ਨਾਲ ਉਹ ਜਾਣੇ ਜਾਂਦੇ ਰਹੇ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪਾਸਪੋਰਟ ਜਿਹੜਾ ਸੀ ਜਾਂ ਜਿਹੜੇ ਸਰਕਾਰੀ ਡਾਕੂਮੈਂਟ ਸਨ ਉਹਨਾਂ ਦੇ ਉੱਤੇ ਆਪਣਾ ਨਾਮ ਜਿਹੜਾ ਮੁਹੰਮਦ ਸਿੰਘ ਆਜ਼ਾਦ ਲਿਖਵਾ ਲਿਆ, ਇੱਕ ਨਵਾਂ ਨਾਮ ਉਹਨਾਂ ਨੇ ਆਪਣੇ ਨਾਲ ਜੋੜਿਆ। ਉਸ ਤੋਂ ਬਾਅਦ ਆਸਟ੍ਰੇਲੀਆ ਤੇ ਹੋਰ ਅਫਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਵਾਪਸ ਦੁਬਾਰਾ ਜਦੋਂ ਇਹ ਗਏ ਨੇ ਤੇ ਕਈ ਪ੍ਰਕਾਰ ਇਹ ਨਾਵਾਂ ਦੇ ਨਾਲ ਜਾਣੇ ਜਾਂਦੇ ਰਹੇ। ਕਈ ਦੇਸ਼ਾਂ ਦਾ ਰਟਨ ਕੀਤਾ ਇਹਨਾਂ ਨੇ, ਕਈ ਪ੍ਰਕਾਰ ਦੇ ਕਿੱਤੇ ਜਿਹੜੇ ਸੀ ਉਹਨਾਂ ਦੇ ਵਿੱਚ ਮੁਹਾਰਤ ਹਾਸਲ ਕੀਤੀ, ਪਰ ਉਹਦੇ ਪਿੱਛੇ ਮਕਸਦ ਇੱਕੋ ਹੀ ਸੀ ਕਿ ਮੈਂ ਜਿਹੜਾ ਆਪਣਾ ਪ੍ਰਣ ਹੈ, ਜਿਹੜਾ ਮਕਸਦ ਹੈ ਉਹਨੂੰ ਪੂਰਾ ਕਿਵੇਂ ਕਰਨਾ ਹੈ। ਭਾਵੇਂ ਇਹਨਾਂ ਨੂੰ ਉਸ ਵਕਤ 5 ਸਾਲ ਦੀ ਜੇਲ੍ਹ ਹੋਈ ਜਾਂ ਕਈ ਪ੍ਰਕਾਰ ਦੀਆਂ ਚੁਣੌਤੀਆਂ ਮੁਸ਼ਕਲਾਂ ਆਈਆਂ, ਪਰ ਕਿਤੇ ਨਾ ਕਿਤੇ ਉਹਨਾਂ ਦੀ ਸੋਚ, ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਅਜੇ ਵੀ ਬਰਕਰਾਰ ਸੀ ਕਿ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਮੁੱਖ ਦੋਸ਼ੀ ਸਰ ਮਾਈਕਲ ਅਡਵਾਇਰ ਹੈ ਉਹਨੂੰ ਮੈਂ ਉਹਦੇ ਕੀਤੇ ਦੀ ਸਜ਼ਾ ਜ਼ਰੂਰ ਦੇਣੀ ਹੈ। ਲੰਡਨ ਦੇ ਵਿੱਚ ਜਦੋਂ ਗਏ ਨੇ ਇੱਥੋਂ ਭਾਰਤ ਤੋਂ ਆਣ ਕੇ, ਉੱਥੇ ਕਾਫੀ ਲੰਮਾ ਸਮਾਂ ਇਹ ਰਹੇ ਤੇ ਇਹਨਾਂ ਨੂੰ ਮੌਕੇ ਮਿਲਦੇ ਰਹੇ ਸਰ ਮਾਈਕਲ ਅਡਵਾਇਰ ਨੂੰ ਮਾਰਨ ਦੀ। ਐਸੀ ਗੱਲ ਨਹੀਂ ਹੈ। 1933 ਤੋਂ ਲੈ ਕੇ 1940 ਤੱਕ ਦਾ ਜਿਹੜਾ ਸਮਾਂ ਹੈ, 7 ਸਾਲ ਦਾ ਵਕਫਾ ਬਣਦਾ ਹੈ। ਉਸ 7 ਸਾਲ ਦੇ ਸਮੇਂ ਦੇ ਦੌਰਾਨ ਕਈ ਵਾਰ ਇਹਨਾਂ ਦਾ ਮੇਲ ਮਿਲਾਪ ਸਰ ਮਾਈਕਲ ਅਡਵਾਇਰ ਦੇ ਨਾਲ ਹੋਇਆ ਸੀ, ਪਰ ਉਹ ਇਹਨੂੰ ਇੱਕ ਨਿੱਜੀ ਰੰਜਿਸ਼ ਨਹੀਂ ਸੀ ਬਣਾਉਣਾ ਚਾਹੁੰਦੇ। ਉਹ ਐਸੇ ਮੌਕੇ ਦੀ ਭਾਲ ਦੇ ਵਿੱਚ ਸਨ ਕਿ ਜਦੋਂ ਇੱਕ ਇਕੱਠ ਦੇ ਵਿੱਚ ਸਰ ਮਾਈਕਲ ਅਡਵਾਇਰ ਨੂੰ ਮਾਰ ਕੇ ਤੇ ਲੋਕਾਂ ਦੇ ਵਿੱਚ ਇਹ ਸੁਨੇਹਾ ਦਿੱਤਾ ਜਾਵੇ ਕਿ ਇਹਨੇ ਅੱਜ ਤੋਂ 20 ਸਾਲ ਪਿੱਛੇ ਜਿਹੜਾ ਵਾ ਨਿਹੱਥੇ ਤੇ ਬੇਕਸੂਰ ਲੋਕਾਂ ਨੂੰ ਮਾਰਿਆ ਸੀ। ਕਿਉਂਕਿ ਜਿਹੜੀਆਂ ਅੰਗਰੇਜ਼ਾਂ ਦੀਆਂ ਪਾਲਿਸੀਆਂ ਸਨ, ਉਹ ਪਾਲਿਸੀਆਂ ਭਾਰਤੀ ਲੋਕਾਂ ਦੀ ਸਮਝ ਵਿੱਚ ਆ ਚੁੱਕੀਆਂ ਸਨ। ਜਿੱਦਾਂ ਅੰਗਰੇਜ਼ਾਂ ਨੇ ਰੋਲਟ ਐਕਟ ਬਣਾਇਆ ਵੀ 2 ਬੰਦੇ ਆਪਸ ਵਿੱਚ ਖਲੋ ਕੇ ਗੱਲਬਾਤ ਨਹੀਂ ਕਰ ਸਕਦੇ, ਇਹੋ ਜਿਹੇ ਜਿਹੜੇ ਕਾਨੂੰਨ ਜਦੋਂ ਭਾਰਤੀਆਂ ਉੱਤੇ ਥੋਪੇ ਗਏ ਤੇ ਭਾਰਤੀ ਲੋਕਾਂ ਨੇ ਇੱਕ ਏਜੰਡਾ ਬਣਾ ਲਿਆ ਵੀ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਬਾਹਰ ਕੱਢ ਕੇ ਛੱਡਣਾ। ਤੇ ਜਿਨ੍ਹਾਂ ਇਸੇ ਕਰਕੇ ਜਦੋਂ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਅਸਲੀ ਦੋਸ਼ੀ ਸੀ ਜਨਰਲ ਡਾਇਰ, ਉਹਦੇ ਉੱਤੇ ਹੰਟਰ ਕਮਿਸ਼ਨ ਬਿਠਾਇਆ ਗਿਆ, ਜਿਨੇ ਉਹਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀ ਕਰਾਰ ਕਰਕੇ ਉਹਦੀ ਤਨਖਾਹ ਬੰਦ ਕਰ ਦਿੱਤੀ ਗਈ, ਉਹਦੀ ਪੈਨਸ਼ਨ ਘਟਾ ਦਿੱਤੀ ਗਈ। ਸ਼ਾਇਦ ਇਹੀ ਸਦਮਾ ਉਹਦੀ ਮੌਤ ਦਾ ਕਾਰਨ ਬਣਿਆ। ਅੰਗਰੇਜ਼ ਕਿਤੇ ਨਾ ਕਿਤੇ ਇਹ ਮੰਨ ਚੁੱਕੇ ਸਨ ਵੀ ਭਾਰਤੀ ਲੋਕ ਸਾਡੇ ਜਿਹੜੇ ਕੰਮ ਨੇ ਉਹਨਾਂ ਤੋਂ ਖੁਸ਼ ਨਹੀਂ। ਕਿਤੇ ਨਾ ਕਿਤੇ ਊਧਮ ਸਿੰਘ ਵੀ ਇਹੀ ਚਾਹੁੰਦਾ ਸੀ। ਤੁਹਾਡੇ ਕਹਿਣ ਦੇ ਮੁਤਾਬਕ ਹੀ ਕਈ ਮੌਕੇ ਮਿਲੇ ਉਹਨਾਂ ਨੂੰ, ਨਹੀਂ ਮਾਰਿਆ ਉਹਨੇ, ਪਰ ਉਹ ਵੀ ਕਿਤੇ ਨਾ ਕਿਤੇ ਚਾਹੁੰਦਾ ਸੀ ਵੀ ਇੱਕ ਇਕੱਠ ਜ਼ਿਆਦਾ ਹੋਵੇ ਜਿੱਥੇ ਅੰਗਰੇਜ਼ ਇਕੱਠੇ ਹੋਣ, ਮੈਂ ਉੱਥੇ ਆਪਣੀ ਚੀਜ਼ ਦਾ ਪ੍ਰਗਟਾਵਾ ਕਰਾਂ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਭਾਰਤੀ ਤਾਤੋਂ ਬਹੁਤ ਦੁਖੀ ਨੇ ਤੇ ਤੁਸੀਂ ਖੁਦ ਭਾਰਤ ਛੱਡ ਕੇ ਚਲੇ ਜਾਓ ਜਾਂ ਫਿਰ ਦੂਜੇ ਤਰੀਕੇ ਨਾਲ ਅਸੀਂ ਤੁਹਾਨੂੰ ਬਾਹਰ ਕੱਢਾਂਗੇ। ਅਲੱਗ-ਅਲੱਗ ਦੇਸ਼ਾਂ ਵਿੱਚ ਘੁੰਮਣ ਤੋਂ ਬਾਅਦ ਜਦੋਂ ਊਧਮ ਸਿੰਘ ਭਾਰਤੀ ਦਫ਼ਤਰ ਵਿੱਚ ਲੰਡਨ ਪਹੁੰਚਦਾ
ਉੱਥੇ ਉਹਨਾਂ ਨੂੰ ਪਤਾ ਲੱਗਦਾ ਵੀ ਕੈਕਸਟਨ ਹਾਲ ਦੇ ਵਿੱਚ ਅੰਗਰੇਜ਼ ਇੱਕ ਮੀਟਿੰਗ ਕਰ ਰਹੇ ਨੇ। ਉਸ ਮੀਟਿੰਗ ਦੇ ਵਿੱਚ ਊਧਮ ਸਿੰਘ ਕਿਵੇਂ ਪਹੁੰਚਦਾ, ਹਾਂਜੀ, ਕਿਵੇਂ ਜਾ ਕੇ ਉਸ ਘਟਨਾ ਨੂੰ ਅੰਜਾਮ ਦਿੰਦਾ? ਉਹ ਸਾਰਾ ਜਿਹੜਾ ਉਸ ਵੇਲੇ ਦਾ ਘਟਨਾਕ੍ਰਮ ਹੈ ਉਹ ਪੂਰੀ ਤਿਆਰੀ ਦੇ ਨਾਲ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ 20-21 ਸਾਲ ਦੀ ਉਡੀਕ ਤੋਂ ਬਾਅਦ ਉਹ ਸਮਾਂ ਆਇਆ ਸੀ, ਉਹ ਮੌਕਾ ਸਰਦਾਰ ਊਧਮ ਸਿੰਘ ਦੇ ਹੱਥ ਵਿੱਚ ਲੱਗਾ ਸੀ, ਜਿਹਨੂੰ ਉਹ ਕਿਸੇ ਵੀ ਤਰੀਕੇ ਦੇ ਨਾਲ ਗਵਾਉਣਾ ਨਹੀਂ ਸੀ ਚਾਹੁੰਦੇ ਵੀ। ਉਹ ਪੂਰੀ ਤਿਆਰੀ ਦੇ ਨਾਲ, ਪੂਰੀ ਮੁਕੰਮਲ ਤਿਆਰੀ ਕਰਕੇ ਉਸ ਵੇਲੇ ਆਪਣੀ ਕਿਤਾਬ ਜਿਹੜੀ ਉਹਨਾਂ ਨੇ ਹੱਥ ਦੇ ਵਿੱਚ ਫੜੀ ਸੀ, ਉਹਦੇ ਵਿੱਚ ਇੱਕ ਰਿਵਾਲਵਰ ਰੱਖ ਕੇ ਉਹ ਕੈਕਸਟਨ ਹਾਲ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਸੀ, ਜਿਹਦੇ ਵਿੱਚ ਵੱਖ-ਵੱਖ ਬੁਲਾਰੇ ਆਪਣੀਆਂ ਤਕਰੀਰਾਂ ਕਰ ਰਹੇ ਸਨ, ਉੱਥੇ ਪਹੁੰਚੇ। ਤੇ ਇੱਥੇ ਨਾਲ ਕਿਤੇ ਡਾਕਟਰ ਰਕੇਸ਼ ਕੁਮਾਰ ਇੱਕ ਨੇ ਉਹ ਇਹ ਗੱਲ ਲਿਖਦੇ ਨੇ ਵੀ ਜਿਹੜਾ ਪਿਸਟਲ ਆ ਉਹਨਾਂ ਨੇ ਆਪਣੇ ਕੋਟ ਵਿੱਚ ਪਾਇਆ ਸੀ। ਅਲੱਗ-ਅਲੱਗ ਵਿਚਾਰ ਹੋ ਸਕਦੇ ਨੇ ਇਤਿਹਾਸਕਾਰਾਂ ਦੇ, ਇਹ ਵੱਖੋ ਵੱਖਰੀ ਵਿਚਾਰ ਹੋ ਸਕਦੇ ਨੇ, ਬਟ ਇਹਦੇ ਪ੍ਰਥਾ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਵਕਤ ਉਹ ਆਪਣੀ ਕਿਤਾਬ ਦੇ ਵਿੱਚ ਰਿਵਾਲਵਰ ਜਿਹੜਾ ਵਾ ਉਹ ਲੈ ਕੇ ਗਏ ਨੇ। ਵੱਖ-ਵੱਖ ਰਾਈਟਰਾਂ ਦੀਆਂ, ਵੱਖ-ਵੱਖ ਜਿਹੜੇ ਲੇਖਕ ਨੇ, ਉਹਨਾਂ ਨੇ ਆਪੋ ਆਪਣੇ ਤਰੀਕੇ, ਆਪੋ ਆਪਣੀ ਖੋਜ ਦੇ ਮੁਤਾਬਕ ਉਸ ਵੇਲੇ ਦਾ ਜਿਹੜਾ ਘਟਨਾਕ੍ਰਮ ਆ ਉਹਨੂੰ ਬਿਆਨ ਕੀਤਾ ਵਾ। ਜਿਸ ਵਕਤ ਸਰਦਾਰ ਊਧਮ ਸਿੰਘ ਕੈਕਸਟਨ ਹਾਲ ਲੰਡਨ ਦੇ ਵਿੱਚ ਗਏ ਨੇ, ਉਸ ਵਕਤ ਸਰ ਮਾਈਕਲ ਅਡਵਾਇਰ ਜਦੋਂ ਆਪਣੀ ਤਕਰੀਰ ਕਰਨ ਦੇ ਲਈ ਮੰਚ ਤੇ ਆਏ ਨੇ ਤੇ ਆਪਣੀ ਉਸ ਕਿਤਾਬ ਦੇ ਵਿੱਚੋਂ ਰਿਵਾਲਵਰ ਕੱਢ ਕੇ ਉਹਦੇ ਤੇ ਉਹਨਾਂ ਨੇ ਫਾਇਰ ਦਾਗੇ। ਉਸ ਵੇਲੇ ਉਹ ਉੱਥੇ ਜਿਹੜਾ ਵਾ ਉਹ ਗੋਲੀਆਂ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ। ਇਹਦੇ ਜਿਹੜੇ ਬਾਕੀ ਸਾਥੀ ਸਨ 2, ਉਹ ਵੀ ਹਲਾਕ ਹੋਏ ਸਨ, ਉਹ ਵੀ ਜ਼ਖਮੀ ਹੋਏ ਸਨ। ਕਿਉਂਕਿ ਤੁਸੀਂ ਅੱਜ ਵੀ ਜਦੋਂ ਉਹਨਾਂ ਦੀ ਜ਼ਿਆਦਾਤਰ ਜਿਹੜੀ ਤਸਵੀਰ ਪ੍ਰਚਲਿਤ ਮੀਡੀਆ ਦੇ ਵਿੱਚ ਸਾਨੂੰ ਮਿਲਦੀ ਹੈ, ਉਹਨਾਂ ਨੂੰ ਹੱਥਕੜੀ ਲਾਈ ਹੈ ਸਰਕਾਰੀ ਕਰਿੰਦਿਆਂ ਨੇ, ਸਰਕਾਰੀ ਪੁਲਿਸ ਕਰਮਚਾਰੀ ਜਿਹੜੇ ਹਨ, ਤੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ, ਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਬੜਾ ਅਲੱਗ ਕਿਸਮ ਦਾ ਜਿਹੜਾ ਉਹ ਜਲਾਵ ਆ, ਉਹ ਮੁਸਕਰਾ ਰਹੇ ਨੇ। ਇਹਦਾ ਮਤਲਬ ਉਹਨਾਂ ਨੂੰ ਜਿਸ ਵਕਤ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਹਨਾਂ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਖੌਫ ਨਹੀਂ ਸੀ। ਇਹ ਵੀ ਮਿਲਦਾ ਵੀ ਉਹਨਾਂ ਨੇ ਜਕਾਰੇ ਵੀ ਉੱਥੇ ਛੱਡੇ। ਹਾਂਜੀ, ਬਿਲਕੁਲ। ਉਹਨਾਂ ਦੀ ਜਿਹੜੀ ਘਟਨਾ ਨੂੰ ਉਹਨੇ ਅੰਜਾਮ ਦਿੱਤਾ ਸੀ, ਉਸ ਘਟਨਾ ਨੂੰ ਵਰਤਾਉਣ ਤੋਂ ਬਾਅਦ ਉਹਨਾਂ ਜਕਾਰੇ ਵੀ ਛੱਡੇ। ਹਾਂਜੀ, ਉੱਥੇ ਜਿਸ ਵਕਤ ਸਰਦਾਰ ਊਧਮ ਸਿੰਘ ਨੇ ਇਹ ਸਾਰਾ ਘਟਨਾਕ੍ਰਮ ਹੁੰਦਾ ਵਾ, ਜਦੋਂ ਸਰ ਮਾਈਕਲ ਅਡਵਾਇਰ ਨੂੰ ਮਾਰਿਆ ਵਾ, ਇਹ ਵੀ ਲਿਖਤੀ ਸਰੋਤਾਂ ਦੇ ਵਿੱਚ ਸਾਨੂੰ ਮਿਲਦਾ ਵਾ ਕਿ ਸਰਦਾਰ ਊਧਮ ਸਿੰਘ ਸਰਕਾਰੀ ਸਿਪਾਹੀਆਂ ਨੂੰ ਕਹਿੰਦੇ ਨੇ ਕਿ ਜੈਟਲੈਂਡ ਜਿਹੜਾ ਉਸ ਘਟਨਾ ਦਾ ਦੂਜਾ ਦੋਸ਼ੀ ਸੀ, ਉਹਦੇ ਉੱਤੇ ਵੀ ਮੈਂ ਫਾਇਰ ਦਾਗੇ ਸੀ 2 ਰੌਂਦ, ਕਿ ਉਹ ਵੀ ਮਰ ਗਿਆ ਵਾ ਜਾਂ ਬਚਿਆ ਵਾ। ਇਹ ਕੋਈ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਠੀਕ। ਤੇ ਇਹੋ ਜਿਹੇ ਬੰਦੇ ਦੇ ਬਾਬਤ ਕਿਹਾ ਜਾਂਦਾ ਵੀ ਉਹਨੇ ਆਪਣਾ, ਜਦੋਂ ਉਹਨੂੰ ਪੇਸ਼ ਕੀਤਾ ਗਿਆ ਜੱਜ ਦੇ ਸਾਹਮਣੇ, ਤੇ ਉਹਨਾਂ ਇਹ ਗੱਲ ਕਹੀ ਵੀ ਮੈਂ ਮਾਰਨਾ ਨਹੀਂ ਸੀ ਚਾਹੁੰਦਾ, ਪਰ ਮੇਰੇ ਤੋਂ ਮਰ ਗਿਆ, ਵੀ ਮੈਂ ਮਾਰਨਾ ਨਹੀਂ ਸੀ ਚਾਹੁੰਦਾ ਉਹਨੂੰ, ਪਰ ਮੇਰੇ ਕੋਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਮੈਂ ਤਾਂ ਇੱਕ ਡਰ ਪੈਦਾ ਕਰਨਾ ਚਾਹੁੰਦਾ ਸੀ। ਉਸ ਬੰਦੇ ਦੇ ਬਾਬਤ ਇਦਾਂ ਦੀਆਂ ਗੱਲਾਂ ਲਿਖੀਆਂ ਜਾ ਰਹੀਆਂ ਨੇ, ਪ੍ਰਚਾਰੀਆਂ ਜਾ ਰਹੀਆਂ ਨੇ, ਜਿਹੜਾ ਆਪਣੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖੁਸ਼ ਆ। ਬਿਲਕੁਲ ਜੀ, ਇਹ ਹੁੰਦਾ ਵਾ ਕਿਸੇ ਚਿਹਰੇ ਨੂੰ ਜਦੋਂ ਉਹਦੇ ਉੱਤੇ ਕਿਸੇ ਪਰਸਨੈਲਿਟੀ ਦੇ ਉੱਤੇ ਪਰਦਾ ਪਾਉਣਾ ਹੋਵੇ, ਬਾਕੀ ਜਿਹੜੀਆਂ ਮਨਘੜਤ ਗੱਲਾਂ ਜਿਹੜੀਆਂ ਉਹਦੇ ਨਾਲ ਜੋੜ ਦਿੱਤੀਆਂ ਜਾਂਦੀਆਂ ਵਾ। ਜੇ ਉਹਨਾਂ ਨੇ ਪ੍ਰੋਟੈਸਟ ਹੀ ਕਰਨਾ ਸੀ, ਜੇ ਰੋਸ ਹੀ ਜਤਾਉਣਾ ਸੀ, ਤੇ ਲੰਡਨ ਦੇ ਵਿੱਚ 1933 ਤੋਂ ਲੈ ਕੇ 40 ਤੱਕ ਉਹ 7 ਸਾਲ ਦਾ ਸਮਾਂ ਰਹੇ ਨੇ, ਉਹ ਹੋਰ ਵੀ ਕਿਸੇ ਤਰੀਕੇ ਦੇ ਨਾਲ ਕਿਸੇ ਮੌਕੇ ਤੇ ਜਿਹੜਾ ਆਪਣਾ ਰੋਸ ਪ੍ਰਗਟਾ ਸਕਦੇ ਸੀ। ਇਹਦਾ ਮਤਲਬ ਹੈ ਵੀ ਜਿਹੜਾ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ, ਉਹ ਰੋਸ ਪ੍ਰਗਟਾਉਣ ਦੇ ਲਈ ਨਹੀਂ, ਉਹ ਪੂਰੀ ਪਲੈਨਿੰਗ ਦੇ ਨਾਲ ਉਹਨੂੰ ਮਾਰਨ ਦੇ ਲਈ ਹੀ ਉੱਥੇ ਗਏ ਸਨ। ਉਹ ਜਿਹੜੇ ਪ੍ਰੋਟੈਸਟ ਸੀ ਉਹ ਪਹਿਲਾਂ ਵੀ ਹੋ ਰਹੇ ਸਨ, ਪਹਿਲਾਂ ਵੀ ਕੀਤੇ, ਲਾਲਾ ਲਾਜਪਤ ਰਾਏ ਨੇ ਵੀ ਕੀਤੇ, ਹੋਰ ਵੀ ਕਈ ਬੰਦੇ ਜਿਹੜੇ ਸਨ ਉਹ ਪ੍ਰੋਟੈਸਟ ਕਰ ਰਹੇ ਸਨ। ਹਾਂਜੀ, ਪਰ ਜੇ ਅਸਲ ਦੇ ਵਿੱਚ ਇੱਕ ਮਕਸਦ ਲੈ ਕੇ ਤੁਰੇ ਸਨ ਵੀ ਮੈਂ ਇਹਨੂੰ ਸਜ਼ਾ ਦੇਣੀ ਆ, ਵੀ ਇਹਨੇ ਨਿਹੱਥੇ ਲੋਕਾਂ ਨੂੰ ਮਾਰਿਆ, ਇਹ ਤੇ ਇਤਿਹਾਸਕਾਰਾਂ ਨੇ ਆਪਣੀ ਸੋਚ ਦੇ ਮੁਤਾਬਕ ਉਹਨਾਂ ਦੇ ਬਾਬਤ ਲਿਖਿਆ। ਫਿਰ ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ, ਉਹਨਾਂ ਦੇ ਬਿਆਨ ਹੁੰਦੇ ਨੇ, ਉਹ ਬਿਆਨ ਕਿਸ ਵਿਹਾਰ ਦੇ ਉੱਤੇ ਲੈ ਜਾਂਦੇ ਨੇ, ਉਹਨਾਂ ਵਿੱਚੋਂ ਕੀ ਮੰਨਦੇ ਨੇ? ਉਹਨਾਂ ਬਿਆਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਵਾ ਇਹੀ ਬਿਆਨ ਕੀਤਾ ਵਾ ਕਿ ਇਹ ਜਿਹੜਾ ਮੈਂ ਕੰਮ ਕੀਤਾ ਵਾ, ਮੈਨੂੰ ਇਹਦੇ ਪ੍ਰਤੀ ਕੋਈ ਵੀ ਜਿਹੜਾ ਵਾ ਕੋਈ ਇੱਦਾਂ ਨਹੀਂ ਹੈ ਵੀ ਮੈਂ ਤੈਸ਼ ਦੇ ਵਿੱਚ ਆ ਕੇ ਜਾਂ ਬੇਸਮਝੀ ਦੇ ਵਿੱਚ ਆਣ ਕੇ ਜਿਹੜਾ ਵਾ ਇਹ ਕੰਮ ਕੀਤਾ ਵਾ। ਮੈਂ ਆਪਣੀ ਜਿਹੜੀ ਆ ਉਹ ਪੂਰੀ ਤਿਆਰੀ ਦੇ ਨਾਲ ਇਸੇ ਕੰਮ ਦੇ ਲਈ ਹੀ ਇੱਥੇ ਆਇਆ ਸੀ, ਤੇ ਜਿਹੜਾ ਮੈਂ ਕੰਮ ਕੀਤਾ ਵਾ, ਮੈਨੂੰ ਉਹਦੇ ਪ੍ਰਤੀ ਕੋਈ ਵੀ ਜਿਹੜਾ ਵਾ ਉਹ ਨਹੀਂ ਹੈ ਵੀ ਮੈਂ ਆਪਣਾ ਜਿਹੜਾ ਵਾ ਉਹ ਗਲਤ ਕਦਮ ਚੁੱਕਿਆ। ਸੋ ਇਸ ਪ੍ਰਕਾਰ ਉਹਨਾਂ ਦੇ ਜਿਹੜੇ ਸਰਕਾਰੀ ਬਿਆਨ ਅੱਜ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲ ਰਹੇ ਨੇ, ਉਹ ਕਾਫੀ ਸਮੇਂ ਬਾਅਦ 100 ਸਾਲ ਦਾ ਵਕਫਾ ਜਿਹੜਾ ਵਾ ਉਹ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਅੱਜ ਜਨਤਕ ਹੋ ਰਹੇ ਨੇ, ਉਹਦੇ ਵਿੱਚ ਹੋਰ ਵੀ ਕਈ ਪੱਖ ਸਰਦਾਰ ਊਧਮ ਸਿੰਘ ਦੇ ਜੀਵਨ ਦੇ ਪ੍ਰਤੀ ਸਾਨੂੰ ਉਹ ਮਿਲਦੇ। ਕਹਿੰਦੇ ਸੀ ਵੀ ਜੱਜ ਨੇ ਜਿਹੜੇ ਉਹਨਾਂ ਦੇ ਕਾਗਜ਼ਾਤ ਸੀ ਉਹਨਾਂ ਦੇ ਉੱਤੇ 100 ਸਾਲ ਵਾਸਤੇ ਬੈਨ ਕਰਤਾ ਵੀ ਇਹ ਨਸ਼ਰ ਨਹੀਂ ਕੀਤੇ ਜਾਣਗੇ। 2014-15 ਦੇ ਲਾਗੇ ਕੁਝ ਕਾਗਜ਼ਾਤ ਜਿਹੜੇ ਨੇ ਉਹ ਕੁਝ ਸਾਡੇ ਵਿਦਵਾਨਾਂ ਦੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚੋਂ ਉਹਨਾਂ ਦੇ ਕੰਮਾਂ ਬਾਰੇ, ਉਹਨਾਂ ਦੀ ਜੀਵਨੀ ਬਾਰੇ ਸਾਨੂੰ ਵਿਚਾਰ ਮਿਲ ਰਹੇ ਹਨ। ਜਦ ਉਹਨਾਂ ਨੂੰ ਫਾਂਸੀ ਤੇ ਲੈ ਕੇ ਜਾਂਦੇ ਨੇ, ਤਖਤ ਉੱਤੇ ਕਲੀਅਰ ਹੋ ਜਾਂਦਾ ਵੀ ਇਹ ਦੋਸ਼ੀ ਆ,
ਉਹਨਾਂ ਨੂੰ ਫਾਂਸੀ ਦੇ ਤਖਤੇ ਉੱਤੇ ਲਟਕਾਉਣ ਵਾਸਤੇ ਲੈ ਕੇ ਜਾਂਦੇ ਨੇ, ਉਹਨਾਂ ਦਾ ਹਾਵ ਭਾਵ ਚਿਹਰੇ ਦਾ ਕਿਵੇਂ ਦਾ ਹੁੰਦਾ, ਉਹ ਕਿਵੇਂ ਦਾ ਮਹਿਸੂਸ ਕਰ ਰਹੇ ਨੇ? ਬਿਲਕੁਲ ਉਸ ਵਕਤ ਜਦੋਂ ਉਹਨਾਂ ਨੂੰ ਫਾਂਸੀ ਜਿਹੜੀ ਹੈ ਸਰਕਾਰ ਨੇ ਸਜ਼ਾ ਜਿਹੜੀ ਉਹ ਐਲਾਨ ਦਿੱਤੀ, ਉਦੋਂ ਤੋਂ ਲੈ ਕੇ ਜਿੰਨੀ ਦੇਰ ਉਹਨਾਂ ਨੂੰ ਫਾਂਸੀ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਸਨ। 13 ਮਾਰਚ 1922 ਈਸਵੀ ਨੂੰ ਉਹਨਾਂ ਦੀ ਜਿਹੜੀ ਹੈ ਉਹ ਉੱਥੇ ਸ਼ਹਾਦਤ ਹੁੰਦੀ ਹੈ। 13 ਮਾਰਚ 1940 ਈਸਵੀ ਨੂੰ ਉਹਨਾਂ ਨੂੰ ਜਿਹੜਾ ਵਾ ਉਹ ਫਾਂਸੀ ਹੁੰਦੀ ਹੈ ਤੇ ਉਸ ਵਕਤ ਜਿਹੜਾ ਵਾ ਉਹ ਸਰਦਾਰ ਊਧਮ ਸਿੰਘ ਉੱਥੇ ਲੰਡਨ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜਾ ਵਾ ਉਹ ਦਫਨਾ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਅਸਥੀਆਂ ਨੇ ਉਹ ਕਿਵੇਂ ਭਾਰਤ ਪਹੁੰਚਦੀਆਂ ਨੇ? ਇਸ ਸਮੇਂ ਉਹ ਜਲਿਆਂਵਾਲੇ ਬਾਗ ਦੇ ਵਿੱਚ ਪਈਆਂ ਹੋਈਆਂ ਨੇ, ਉਹ ਕਿਵੇਂ ਭਾਰਤ ਪਹੁੰਚਦੀਆਂ ਨੇ? ਸਰਦਾਰ ਊਧਮ ਸਿੰਘ ਦੀ ਸ਼ਹਾਦਤ ਤੋਂ ਬਾਅਦ 31 ਜੁਲਾਈ 1940 ਨੂੰ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਠੀਕ ਉਦੋਂ 34 ਸਾਲ ਦੇ ਵਕਫੇ ਬਾਅਦ ਜਦੋਂ ਇੱਥੇ ਗਿਆਨੀ ਜੈਲ ਸਿੰਘ ਜਿਹੜੇ ਪੋਲੀਟੀਸ਼ੀਅਨ ਸਨ, ਇੰਡੀਅਨ ਪੋਲੀਟੀਸ਼ੀਅਨ, ਉਹਨਾਂ ਦੇ ਕਹਿਣ 'ਤੇ, ਕਿਉਂਕਿ ਉਸ ਵਕਤ ਦੀ ਕਾਂਗਰਸ ਸਰਕਾਰ ਨੇ ਆਪਣੇ ਸਿਆਸੀ ਮਥਾਜਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਉਹ ਲੋਕਾਂ ਦੇ ਰੋਹ ਨੂੰ ਠੰਡਾ ਕਰਨ ਦੇ ਲਈ ਉਧਰ ਲੰਡਨ ਦੇ ਵਿੱਚ ਪਹੁੰਚ ਕੀਤੀ। ਉੱਥੋਂ ਦੀ ਸਰਕਾਰ, ਬਰਤਾਨਵੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਲੰਡਨ ਜੇਲ੍ਹ ਤੋਂ ਇੱਥੇ ਲਿਆਂਦੀਆਂ, ਸੁਨਾਮ ਪਿੰਡ ਉਹਨਾਂ ਦਾ ਜਿਹੜਾ ਜੱਦੀ ਪਿੰਡ ਸੀ, ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਵਾ। ਸਰਦਾਰ ਊਧਮ ਸਿੰਘ ਦੀ ਸ਼ਹਾਦਤ ਤੋਂ 34 ਸਾਲਾਂ ਬਾਅਦ ਜਿਹੜੀਆਂ ਉਹਨਾਂ ਦੀਆਂ ਅਸਥੀਆਂ ਇੱਥੇ ਲਿਆ ਕੇ ਸੰਸਕਾਰ ਕੀਤਾ ਗਿਆ ਤੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਦੋਂ ਸੁਨਾਮ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਉੱਥੇ ਇਕੱਠੇ ਹੋ ਕੇ ਸਰਦਾਰ ਊਧਮ ਸਿੰਘ ਦੀਆਂ ਅਸਥੀਆਂ ਦੇ ਦਰਸ਼ਨ ਕਰਨ ਗਏ। ਅੱਜ ਵੀ ਜਦੋਂ ਆਪਾਂ ਜਲਿਆਂਵਾਲੇ ਬਾਗ ਦੇ ਵਿੱਚ ਜਾ ਕੇ ਦੇਖਦੇ ਹਾਂ ਤੇ ਇੱਕ ਸਾਈਡ ਤੇ ਉਹਨਾਂ ਦੇ ਜਿਹੜੇ ਉਹ ਜਿਹੜੀਆਂ ਅਸਥੀਆਂ ਸਨ ਜਾਂ ਜਿਹੜੀ ਸੰਸਕਾਰ ਦੀ ਜਿਹੜੀ ਰਾਤ ਸੀ, ਉਹ ਅੱਜ ਵੀ ਉੱਥੇ ਸਾਨੂੰ ਪਈ ਮਿਲਦੀ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਬਹੁਮੁੱਲੀ ਜਾਣਕਾਰੀ ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਦੇ ਬਾਰੇ ਦਿੱਤੀ। ਅਖੀਰ ਆਪਣੇ ਨਿੱਜੀ ਮਫਾਦਾਂ ਦੀ ਖਾਤਰ ਵੰਡ ਲੈਂਦੇ ਆ। ਸ਼ਹੀਦ ਕਿਸੇ ਕੌਮ ਦੇ ਨਹੀਂ ਹੁੰਦੇ, ਕਿਸੇ ਜਾਤ ਦੇ ਨਹੀਂ ਹੁੰਦੇ, ਕਬੀਲੇ ਦੇ ਨਹੀਂ ਹੁੰਦੇ। ਜਿਸ ਮਕਸਦ ਵਾਸਤੇ ਉਹ ਸ਼ਹੀਦੀ ਦਿੰਦੇ ਨੇ, ਉਹਨਾਂ ਕਰਕੇ ਉਹ ਜਾਤ, ਉਹ ਕਬੀਲਾ, ਉਹ ਕੌਮ ਮਹਾਨ ਹੋ ਜਾਂਦੀ ਹੈ। ਅਸੀਂ ਕਿਤੇ ਨਾ ਕਿਤੇ ਜਿਹੜੀ ਗਲਤ ਫਿਰਤ ਪਾ ਰਹੇ ਹਾਂ ਸਮਾਜ ਵਿੱਚ ਸ਼ਹੀਦਾਂ ਨੂੰ ਵੰਡਣ ਦੀ, ਉਹ ਨਾ ਪਾਈਏ। ਸ਼ਹੀਦਾਂ ਨੂੰ ਜਾਤਾਂ ਪਾਤਾਂ ਦੇ ਨਾਂ 'ਤੇ ਨਾ ਵੰਡੀਏ, ਸਗੋਂ ਸ਼ਹੀਦਾਂ ਨੂੰ ਸਰਬ ਸਾਂਝੇ ਰਹਿਣ ਦੀਏ, ਕਿਉਂਕਿ ਉਹਨਾਂ ਦਾ ਮਕਸਦ ਇੱਕ ਸਰਬ ਸਾਂਝਾ ਹੁੰਦਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।